परमात्मा की सिफत होवे। ਜਦੋਂ ਖਿਆਲ ਦੇ ਅੰਦਰ ਪਰਮਾਤਮਾ ਦੀ ਸਿਫਤ ਵਸੇਗੀ, ਰੱਬ ਦੀ ਬੰਦਗੀ ਕਰਨ ਵਾਲੇ ਖਿਆਲ ਪੈਦਾ ਹੋਵਣਗੇ, ਉਹ ਫਿਰ ਖਿਆਲ ਕਰਮਾਂ ਦੇ ਰਾਹੀਂ ਵੀ ਪ੍ਰਗਟ ਹੋਣਗੇ। ਕਿਉਂਕਿ ਕਰਮ ਉਦੋਂ ਬਣਦੇ ਨੇ ਜਦੋਂ ਕਿ ਪਹਿਲਾਂ ਖਿਆਲ ਪੈਦਾ ਹੋਏ। ਜੇ ਮੰਦੇ ਖਿਆਲ ਪੈਦਾ ਹੁੰਦੇ ਨੇ ਤੇ ਕਰਮ ਵੀ ਮੰਦ ਰੂਪ ਦੇ ਅੰਦਰ ਪ੍ਰਗਟ ਹੋਵਣਗੇ। ਜੇ ਚੰਗੇ ਖਿਆਲ ਪੈਦਾ ਹੁੰਦੇ ਨੇ, ਚੰਗੇ ਕੰਮ ਕਰੇਗਾ। ਚੰਗੇ ਅਤੇ ਮੰਦੇ ਖਿਆਲ ਪੈਦਾ ਕਰਨ ਦਾ ਸਾਧਨ ਹੈ ਸੰਗਤ। ਚੰਗੀ ਸੰਗਤ ਹੋਵੇਗੀ, ਚੰਗੀ ਸੋਚ ਸੁਣਨ ਵਾਸਤੇ ਮਿਲੇਗੀ, ਆਪੇ ਹੀ ਚੰਗੇ ਖਿਆਲ ਪੈਦਾ ਹੋਣਗੇ, ਚੰਗੇ ਕਰਮ ਬਣਨਗੇ, ਚੰਗਿਆਈਆਂ ਮਿਲਣਗੀਆਂ। ਮਾੜਿਆਂ ਦੀ ਸੰਗਤ ਕਰੇਗਾ। ਜੇ ਕੋਈ ਮਨੁੱਖ ਕਵੇ ਮੈਂ ਸ਼ਰਾਬੀਆਂ ਦੀ ਸੰਗਤ ਵਿੱਚ ਬੈਠ ਕੇ ਰੱਬ ਦਾ ਭਗਤ ਬਣ ਜਾਵਾਂ, ਕਿਵੇਂ ਹੋ ਸਕਦਾ ਹੈ? ਹਾਂ, ਭਗਤਾਂ ਦੀ ਸੰਗਤ ਵਿੱਚ ਜੇ ਕਿਤੇ ਕੋਈ ਮੰਦ ਕਰਮੀ ਮਨੁੱਖ ਚਲਿਆ ਜਾਵੇ, ਹੋ ਸਕਦਾ ਹੌਲੀ 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 ਚੰਗੀ ਸੋਚ ਸੁਣਨ ਦੇ ਨਾਲ ਸ਼ਾਇਦ ਉਹ 'ਤੇ ਚੰਗਾ ਪ੍ਰਭਾਵ ਪੈ ਸਕਦਾ ਹੈ। ਲੇਕਿਨ ਮੰਦ ਕਰਮੀ ਸੋਚ ਦੇ ਨਾਲ ਬੈਠਾ ਹੋਇਆ ਮਨੁੱਖ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੈਸਲਾ ਹੈ, ਮਨ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਉਹਦਾ ਉਹ ਅਸਰ ਕਬੂਲਦਾ ਹੈ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮਨ ਪੰਖੀ ਭਇਆ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਪੰਛੀ ਦੇ ਵਾਂਗ ਹੈ। ਸਾਫ ਪਾਣੀ ਦੇ ਅੰਦਰ ਜਿਹੋ ਜਿਹਾ ਰੰਗ ਪਾਓਗੇ ਉਹੋ ਜਿਹਾ ਰੰਗ ਸਾਹਮਣੇ ਆ ਜਾਵੇਗਾ। ਪਾਣੀ ਸਾਫ ਹੈ, ਹਰਾ ਰੰਗ ਪਾਓ, ਪਾਣੀ ਦਾ ਰੰਗ ਹਰਾ ਹੋ ਜਾਵੇ, ਲਾਲ ਪਾਓ, ਲਾਲ ਹੋ ਜਾਵੇਗਾ। ਇਸੇ ਤਰ੍ਹਾਂ ਸਾਡਾ ਮਨ ਵੀ ਸਾਫ ਹੈ। ਸਤਿਗੁਰੂ ਨੇ ਬਾਣੀ ਅੰਦਰ ਫਰਮਾਨ ਕੀਤਾ, ਮਨੁੱਖ ਤੇਰਾ ਕਿਤੇ ਮਨ, ਤੇਰੀ ਕਿਤੇ ਸੋਚ, ਤੇਰੀ ਵਿਚਾਰ ਇੱਕ ਬੱਚੇ ਦੀ ਨਿਆਈ ਬਣ ਜਾਵੇ, ਤੂੰ ਉਸ ਚੰਗੀ ਸੋਚ ਨੂੰ ਬਹੁਤ ਜਲਦੀ ਕਬੂਲ ਸਕਦਾ ਹੈ। ਇਹਨੂੰ ਇਉਂ ਵੀ ਕਹਿ ਲਈਏ, ਸਾਡਾ ਮਨ ਇੱਕ ਕੋਰੇ ਕਾਗਜ਼ ਦੇ ਵਾਂਗ ਹੈ। ਇਹ 'ਤੇ ਜਿਹੋ ਜਿਹਾ ਲਿਖਾਂਗੇ ਉਹ ਜਿਹਾ ਸਾਹਮਣੇ ਉਗੜ ਆਵੇਗਾ, ਪ੍ਰਗਟ ਹੋਵੇਗਾ। ਇਸ ਲਈ ਚੰਗੀ ਸੰਗਤ ਦੇ ਅੰਦਰ ਬਣਦੀ ਹੈ ਸੋਚ, ਤੇ ਸੋਚ ਦੇ ਸਦਕਾ ਬਣਦੇ ਨੇ ਚੰਗੇ ਕਰਮ, ਤੇ ਮਾੜਿਆਂ ਦੀ ਸੰਗਤ ਸਦਕਾ ਬਣਦੀ ਹੈ ਮਾੜੀ ਸੋਚ, ਜਿਸ ਸਦਕਾ ਕਰਮ ਵੀ ਮਾੜੇ ਬਣਦੇ ਨੇ। ਤੇ ਸਤਿਗੁਰੂ ਜੀ ਨੇ ਹੁਕਮ ਕੀਤਾ, ਤੂੰ ਹਰੀ ਨੂੰ ਮੁੱਖੋਂ ਬੋਲ, ਰਸਨਾ ਤੋਂ ਕਿਆ ਕਰ, ਜਪ ਮਨ ਸਤਨਾਮ ਸਦਾ ਸਤਨਾਮ। ਹਰ ਹਰੇ ਮਨ ਧਾਰੇ, ਮਨ ਦੀ ਸੋਚ ਦੇ ਅੰਦਰ ਵੀ ਤੇਰੇ ਹਰੀ ਹੋਵੇ, ਭਾਵ ਹਰੀ ਦੀਆਂ ਸਿਫਤਾਂ, ਹਰੀ ਦੀਆਂ ਵਡਿਆਈਆਂ, ਹਰੀ ਦੇ ਗੁਣ ਹੋਵਣ। ਇਸ ਲਈ ਹਰ ਹਰੇ ਹਰ ਮੁਖ ਹੋਂ ਬੋਲ, ਹਰੀ ਹਰੀ ਰੱਬ ਰੱਬ, ਵਾਹਿਗੁਰੂ ਵਾਹਿਗੁਰੂ ਅਕਾਲ ਜੀ। ਕਿਸੇ ਵੀ ਨਾਮ ਦੇ ਰਾਹੀਂ ਚੇਤਾ ਕਰੇ, ਉਸ ਦੇ ਅੰਦਰੋਂ ਤੈਨੂੰ ਰੱਬ ਦੀ ਜੋਤ ਦਾ ਅਨੁਭਵ ਹੋਵੇ। ਇਸ ਲਈ ਉਹਨੂੰ ਆਪਣੇ ਮੁਖ ਤੋਂ ਕਹੇ, ਆਪਣੀ ਰਸਨਾ ਤੋਂ ਜਪ। ਉਸੇ ਜਪਦਿਆਂ ਜਪਦਿਆਂ ਤੇਰੇ ਮਨ ਦੇ ਅੰਦਰ ਵੀ ਉਸ ਪਰਮਾਤਮਾ ਦੀ ਜੋਤ ਦੇ ਗੁਣ, ਤਾਕਤ, ਚੰਗਿਆਈਆਂ ਵਸ ਜਾਵਣ। ਰਹਾਓ। ਸ਼ਰਵਨ ਸੁਨਨ ਭਗਤ ਕਰਨ, ਅਨਕ ਪਾਤਕ ਪੁਨ ਹੈ ਚਰਨ। ਤੂੰ ਰਸਨਾ ਦੇ ਰਾਹੀਂ ਰੱਬ ਨੂੰ ਜਪੇ, ਮਨ ਦੇ ਅੰਦਰ ਤੇ ਰੱਬ ਦੀਆਂ ਸਿਫਤਾਂ ਵਾਲੀ ਸੋਚ ਬਣੇ। ਸ਼ਰਵਨ ਸੁਨਨ, ਤੂੰ ਆਪਣੇ ਕੰਨਾਂ ਦੇ ਰਾਹੀਂ ਵੀ ਇਸ ਮੁਖ ਤੋਂ ਬੋਲੇ ਜਾ ਰਹੇ ਪ੍ਰਮਾਤਮਾ ਦੀ ਸਿਫਤਾਂ ਨੂੰ ਕੰਨਾਂ ਦੇ ਰਾਹੀਂ ਆਪ ਸੁਣ ਸਕੇ। ਕਿਉਂਕਿ ਜਿਹੜਾ ਮਨੁੱਖ ਸੁਣਦਾ ਨਹੀਂ,
ਜਦੋਂ ਮਨੁੱਖ ਕਹਿੰਦਾ ਕਿ ਬੋਲ ਨਹੀਂ ਸਕਦਾ, ਜਿਹਨੂੰ ਗੂੰਗਾ ਕਹਿ ਲਈਏ, ਇਹਦਾ ਮਤਲਬ ਉਹਦੀ ਜਿਹੜੀ ਸਰੋਤ ਸੁਣਨ ਵਾਲੀ ਤਾਕਤ ਨਹੀਂ ਹੁੰਦੀ। ਕੰਨ ਬੇਸ਼ੱਕ ਹੁੰਦੇ ਨੇ, ਅੰਦਰ ਤਾਕਤ ਸੁਣਨ ਵਾਲੀ ਨਹੀਂ, ਤੇ ਸੁਣ ਕੇ ਹੀ ਸ਼ਬਦਾਵਲੀ ਪ੍ਰਗਟ ਹੁੰਦੀ ਹੈ। ਸੋਚ ਦੇ ਅੰਦਰ ਸ਼ਬਦਾਵਲੀ ਸ਼ਬਦਾਂ ਰੂਪ ਦੇ ਅੰਦਰ, ਲਫ਼ਜ਼ਾਂ ਰੂਪ ਦੇ ਅੰਦਰ ਬਣਦੀ ਹੈ। ਭਾਵ ਮਨੁੱਖ ਬੋਲਦਾ ਹੈ। ਬਚਪਨ ਤੋਂ ਜਿਸ ਦੇ ਜੀਵਨ ਦੇ ਅੰਦਰ ਸੁਣਨ ਸ਼ਕਤੀ ਨਹੀਂ, ਉਹ ਗੂੰਗਾ ਹੈ, ਉਹ ਬੋਲ ਨਹੀਂ ਸਕਦਾ। ਜਿਸ ਸਤਿਗੁਰੂ ਨੇ ਭਗਤੀ ਕਰਨ ਦਾ, ਕੋਈ ਵੀ ਕੰਮ ਕਰਨਾ ਹੋਵੇ, ਜਿਹੜਾ ਬੰਦਾ ਕਿਸੇ ਦੇ ਵੱਲੋਂ ਕਹੀ ਜਾ ਰਹੀ ਗੱਲ ਨੂੰ ਚੰਗੀ ਧਿਆਨ ਦੇ ਨਾਲ ਸੁਣਦਾ ਨਹੀਂ, ਉਹ ਉਸ 'ਤੇ ਅਮਲ ਨਹੀਂ ਕਰ ਸਕਦਾ। ਵਿਦਿਆਰਥੀ ਕਲਾਸ ਵਿੱਚ ਬੈਠਾ ਹੋਇਆ ਅਧਿਆਪਕ ਦੇ ਵੱਲੋਂ ਦਿੱਤੇ ਜਾ ਰਹੇ ਲੈਸਨ ਨੂੰ ਨਾ ਧਿਆਨ ਦੇ ਨਾਲ ਸੁਣੇ, ਉਹਦੇ ਦਿਮਾਗ ਵਿੱਚ ਉਹ ਪੜ੍ਹਾਏ ਜਾ ਰਹੇ ਪਾਠ ਦਾ ਅਸਰ ਨਹੀਂ ਹੋਵੇਗਾ, ਉਹ ਸਫਲ ਨਹੀਂ ਹੋ ਸਕਦਾ। ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਕਹੀਏ, ਇਹੋ ਹੀ ਕਹਿਆ ਜਾ ਰਿਹਾ ਵਾਹਿਗੁਰੂ ਬਾਹਰ ਨਿਕਲੇਗਾ, ਬੋਲ ਬਚਨ ਸ਼ਬਦ ਲਫ਼ਜ਼ ਹਵਾ ਵਿੱਚ ਜਾਵੇਗਾ। ਇਹ ਬਾਹਰ ਨਿਕਲੇ ਜਾ ਰਹੇ, ਕਹੇ ਜਾ ਰਹੇ ਸਾਡੇ ਆਪਣੇ ਬਚਨ ਸਾਡੇ ਕੰਨਾਂ ਦੇ ਵਿੱਚ ਪੈਣ। ਜਦੋਂ ਕੰਨਾਂ ਦੇ ਵਿੱਚ ਜਾਵੇਗਾ, ਫਿਰ ਕੀ ਉਹ ਕੰਨਾਂ ਦੇ ਰਾਹੀਂ ਗਈ ਹੋਈ ਆਵਾਜ਼ ਸਾਡੇ ਅੰਦਰ ਜਾਵੇਗੀ, ਸਾਡੇ ਦਿਮਾਗ ਵਿੱਚ, ਸਾਡੇ ਸੋਚ ਵਿੱਚ, ਸਾਡੇ ਅੰਤਸ਼ਕਰਨ ਦੇ ਅੰਦਰ ਉਹ ਕੰਨਾਂ ਦੇ ਰਾਹੀਂ ਸੁਣੀ ਹੋਈ ਸਰੋਤ ਦੀ ਜਿਹੜੀ ਗੱਲ ਹੈ ਨਾ, ਉਹਦਾ ਪ੍ਰਭਾਵ ਸਾਡੇ ਅੰਦਰ ਪਵੇਗਾ। ਤੇ ਜਿੰਨੀ ਦੇਰ ਤੱਕ ਛਕਿਆ ਜਾ ਰਿਹਾ ਪ੍ਰਸ਼ਾਦਾ ਸਾਡੇ ਅੰਦਰ ਨਹੀਂ ਪਹੁੰਚਦਾ, ਛਕਿਆ ਜਾ ਰਿਹਾ ਜਲ ਸਾਡੇ ਅੰਦਰ ਨਹੀਂ ਪਹੁੰਚਦਾ, ਉਹਦਾ ਅਸਰ ਨਹੀਂ, ਉਹਦੀ ਤਾਕਤ ਨਹੀਂ ਬਣਦੀ, ਉਹਦਾ ਖੂਨ ਨਹੀਂ ਬਣਦਾ, ਸਰੀਰ ਨਹੀਂ ਚੱਲਦਾ। ਸਰੀਰ ਕੀ ਖੀਣ ਹੁੰਦਿਆਂ ਕਮਜ਼ੋਰ ਹੁੰਦਿਆਂ ਬਿਲਕੁਲ ਹੰਭ ਜਾਂਦਾ ਹੈ, ਥੱਕ ਜਾਂਦਾ ਹੈ। ਤੁਰਨ ਫਿਰਨ ਦੀ, ਕੰਮ ਕਾਜ ਕਰਨ ਦੀ ਤਾਕਤ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਸਾਡੀ ਆਤਮਾ ਦੇ ਅੰਦਰ ਜਦੋਂ ਚੰਗੀ ਸਰੋਤ ਦਾ ਅਸਰ ਹੋਵੇਗਾ, ਇਹ ਫਿਰ ਕੀ ਆਤਮਾ ਹਰ ਇੱਕ ਚੰਗਾ ਕੰਮ ਕਰਨ ਵਾਸਤੇ ਮਜ਼ਬੂਤ ਹੋਵੇਗੀ, ਕਿਉਂਕਿ ਇਹਨੂੰ ਚੰਗਿਆਈਆਂ ਦੀ ਤਾਕਤ ਖੁਰਾਕ ਮਿਲ ਰਹੀ ਹੈ। ਇਸ ਲਈ ਸ਼ਰਵਣ ਸੁਣਨ, ਕੰਨਾਂ ਦੇ ਰਾਹੀਂ ਸੁਣਨ ਵੀ, ਭਗਤ ਕਰਨ, ਤੂੰ ਭਗਤੀ ਕਰਦਾ ਹੈ। ਇਹ ਭਗਤੀ ਕਰਨ ਦੀ ਇੱਕ ਤਰ੍ਹਾਂ ਦੀ ਜੁਗਤੀ ਮਾਲਕ ਨੇ ਦੱਸੀ। ਮੁਖ ਤੋਂ ਬੋਲਣਾ, ਸੋਚ ਅੰਦਰ ਚੰਗੀ ਨੇਕ ਸੋਚ ਵਸਾਉਣੀ, ਤੇ ਕੰਨਾਂ ਦੇ ਰਾਹੀਂ ਸੁਣਨਾ। ਇਸ ਲਈ ਸਤਿਗੁਰੂ ਨੇ ਹੁਕਮ ਕੀਤਾ ਹੈ ਕਿ ਬਾਣੀ ਪੜ੍ਹ, ਚੰਗਿਆਂ ਦੀ ਸੰਗਤ ਕਰ, ਚੰਗੇ ਧਾਰਮਿਕ ਗ੍ਰੰਥ, ਚੰਗੀਆਂ ਸੰਸਾਰ ਦੇ ਚੰਗੇ ਖਿਆਲ ਵਾਲੀਆਂ ਪੁਸਤਕਾਂ ਪੜ੍ਹ, ਚੰਗਾ ਦੇਖ, ਜਿਹਦੇ ਰਾਹੀਂ ਤੈਨੂੰ ਚੰਗੀ ਸੋਚ ਮਿਲੇ, ਤੈਨੂੰ ਕਹਿਣ ਵਾਸਤੇ ਵੀ ਚੰਗੀ ਸ਼ਬਦਾਵਲੀ ਲਫ਼ਜ਼ ਮਿਲਣ, ਤੇਰੇ ਕੰਨਾਂ ਦੇ ਅੰਦਰ ਵੀ ਚੰਗੇ ਸੋਚ ਵਾਲੇ ਬੋਲ ਪੈਣ, ਜਿਹਦਾ ਅਸਰ ਤੇਰੇ ਕਰਮਾਂ ਦੇ ਰਾਹੀਂ ਚੰਗਿਆਈ ਰੂਪ ਦੇ ਅੰਦਰ ਪ੍ਰਗਟ ਹੋਵੇ, ਜਿਹੜੀ ਕਿ ਕੀਤੀ ਜਾ ਰਹੀ ਹੈ ਗੁਰੂ ਦੀ ਆਗਿਆ ਅਨੁਸਾਰ। ਇਹ ਚੰਗੀ ਨੇਕ ਵਿਚਾਰ ਤੇਰੇ ਜੀਵਨ ਅੰਦਰ ਭਗਤੀ ਬਣੇ, ਭਗਤ ਕਰਨ। ਇਹ ਜਿਹੜੀ ਭਗਤੀ ਦਾ ਰੂਪ ਹੈ, ਅਨਕ ਪਾਤਕ ਪੁੰਨ ਹੈ ਚਰਨ। ਪਾਤਕ ਮਨੇ ਪਾਪ, ਪੁੰਨ ਹੈ ਚਰਨ, ਕੀਤੇ ਜਾ ਰਹੇ ਪਾਪਾਂ ਦਾ ਪਛਤਾਵਾ ਕਰਨ ਵਾਸਤੇ ਕੀਤਾ ਜਾ ਰਿਹਾ ਕਰਮ, ਜਿਹੜਾ ਕਿ ਪਾਪਾਂ ਨੂੰ ਧੋ ਸਕੇ, ਖਤਮ ਕਰ ਸਕੇ, ਦੋਸ਼ ਨੂੰ, ਦੋਖ ਨੂੰ। ਇਸ ਲਈ ਅਨਕ ਮਨੇ ਬਹੁਤੇ ਆਪਣੇ ਤੇਰੇ ਕੀਤੇ ਹੋਏ ਜਿਹੜੇ ਪਾਪ ਨੇ, ਦੋਸ਼ ਨੇ, ਇਹ ਪੁੰਨ ਹੈ ਚਰਨ ਤੇਰੇ ਵਾਸਤੇ। ਇਹ ਭਗਤੀ, ਇਹ ਚੰਗਾ ਨੇਕ ਕਰਮ ਤੇਰੇ ਆਪਣੇ ਹੀ ਕੀਤੇ ਹੋਏ ਕਰਮਾਂ ਨੂੰ ਧੋ ਕੇ ਸਾਫ਼ ਕਰ ਦੇਣਗੇ। ਜਿਹੜੇ ਤੇਰੇ ਕੀਤੇ ਜਾ ਰਹੇ ਕਰਮ ਤੈਨੂੰ ਰੱਬ ਨਾਲੋਂ, ਗੁਰੂ ਨਾਲੋਂ ਦੂਰ ਰੱਖ ਰਹੇ ਸਨ, ਤੇਰੀ ਦੂਰੀ ਨੂੰ ਮਿਟਾ ਕੇ ਹੁਣ ਨੇੜਤਾ ਪੈਦਾ ਕਰਨਗੇ। ਸਤਿਗੁਰੂ ਨੇ ਹੁਕਮ ਕੀਤਾ, ਦੂਰ ਰਹਿਣ ਦਾ ਦੋਸ਼ ਸਾਡਾ ਆਪਣਾ ਹੈ, ਕਿਉਂਕਿ ਸਾਡੇ ਕਰਮ ਐਸੇ ਨੇ। ਕਿਰਤ ਕਰਮ ਕੇ ਵਿਛੜੇ, ਅਸੀਂ ਕਿਸ ਕਰਕੇ ਵਿਛੜੇ ਹਾਂ, ਦੂਰ ਹਾਂ, ਸਾਡੀ ਕਿਰਤ ਦੇ, ਸਾਡੇ ਕਰਮ ਦੇ ਐਸੇ ਕਰਮ ਨੇ।
ਲੇਕਿਨ ਜਦੋਂ ਕਰਮ ਚੰਗੇ ਬਣ ਜਾਵਣ, ਉਹ ਕਿਰਤ ਵੀ ਚੰਗੀ ਬਣ ਜਾਂਦੀ ਹੈ, ਦੂਰੀ ਫਿਰ ਨੇੜਤਾ ਵਿੱਚ ਬਦਲ ਜਾਂਦੀ ਹੈ। ਤੇ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ, ਸਿਮਰਨ ਬੰਦਗੀ ਗੁਣਾਂ ਦੇ ਨਾਲ ਬਣੀ ਹੋਈ ਨੇੜਤਾ ਮਨੁੱਖ ਦੀ ਜੀਵਨ ਦੇ ਸਫਲਤਾ ਦਾ ਮੂਲ ਆਧਾਰ ਹੈ। ਇਸ ਲਈ ਸ਼ਰਵਨ ਸੁਨਨ ਭਗਤ ਕਰਨ, ਅਨ ਕਪਾਤਕ ਪੁੰਨ ਹੈ ਚਰਨ। ਕੰਨਾਂ ਦੇ ਰਾਹੀਂ ਸੁਣ, ਪਹਿਲਾਂ ਮੁਖ ਦੇ ਰਾਹੀਂ ਬੋਲ, ਮਨ ਦੇ ਅੰਦਰ ਉਸ ਸੋਚ ਚੰਗੀ ਨੂੰ ਵਸਾ। ਕੰਨਾਂ ਦੇ ਰਾਹੀਂ ਚੰਗੀ ਸੋਚ ਕਹੀ ਜਾ ਰਹੇ ਵਾਲੇ ਬਚਨ ਨੇ ਜਿਹੜੇ ਉਹ ਸਰੋਤ ਰੂਪ ਦੇ ਅੰਦਰ ਤੈਨੂੰ ਸੁਣਨ ਵਾਸਤੇ ਮਿਲਣ। ਭਗਤ ਕਰਨ, ਇਸ ਤਰੀਕੇ ਦੇ ਨਾਲ ਤੈਨੂੰ ਭਗਤੀ ਕਰਨ ਦੀ ਜੁਗਤੀ ਮਿਲੇ, ਜਿਸ ਸਦਕਾ ਤੇਰੇ ਆਪਣੇ ਕੀਤੇ ਹੋਏ ਜਿਹੜੇ ਨਿਜ ਮਤ ਸਦਕਾ ਕਰਮ ਸਨ ਨਾ, ਜਿਹੜੇ ਕਿ ਦੋਸ਼ ਸਰੂਪ ਸਨ, ਉਹ ਸਾਰੇ ਦੇ ਸਾਰੇ ਖਤਮ ਹੋ ਜਾਵਣਗੇ। ਸ਼ਰਨ ਪਰਨ ਸਾਧੂ, ਤੂੰ ਗੁਰੂ ਦੀ ਸ਼ਰਨ ਵਿੱਚ ਪੈ। ਪਰਨ ਮੈਨੇ ਆਸਰਾ, ਸਹਾਰਾ। ਤੈਨੂੰ ਸਹਾਰਾ ਸ਼ਰਨ ਦਾ ਕਿਹਦਾ ਮਿਲੇ? ਗੁਰੂ ਦੀ ਸੰਗਤ ਦਾ, ਗੁਰੂ ਦਾ, ਗੁਰ ਉਪਦੇਸ਼ ਦਾ, ਗੁਰਬਾਣੀ ਦਾ, ਗੁਰੂ ਸਿੱਖਿਆ ਦਾ, ਗੁਰੂ ਮਰਿਆਦਾ ਦਾ, ਗੁਰੂ ਬੰਧਾਨ ਦਾ। ਆਨ ਬਾਨ ਵਿਸਾਰੇ, ਆਨ ਦੂਸਰਾ, ਬਾਨ ਆਦਤ। ਤੂੰ ਹੋਰ ਜਿਹੜੀਆਂ ਆਦਤਾਂ ਨੇ ਨਾ, ਉਹਨਾਂ ਨੂੰ ਤੂੰ ਵਿਸਾਰ ਦੇਵੇਂ। ਤੇਰੀ ਜ਼ਿੰਦਗੀ ਦੇ ਅੰਦਰੋਂ ਆਨ ਭਾ ਗੁਰੂ ਧਰਮ ਵੱਲੋਂ ਜਿਹੜੇ ਦੂਰ ਰੱਖਣ ਵਾਲੇ ਜਿਹੜੇ ਹੋਰ ਕਰਮ ਨੇ ਨਾ, ਦੂਸਰੇ ਮੱਤ ਵਾਲੇ, ਉਹਨਾਂ ਨੂੰ ਤੂੰ ਵਿਸਾਰ ਦੇਵੇਂ। ਵਿਸਾਰ ਦੇ ਤੇ ਵਿਸਾਰਨੇ ਚਾਹੀਦੇ ਹਨ, ਤਾਂ ਕਿ ਇੱਕੋ ਇੱਕ ਸੁਭਾਅ ਨੇਕ ਚੰਗਿਆਈ ਵਾਲਾ ਕਰਮ ਜੀਵਨ ਅੰਦਰ ਵਸੇ। ਉਹ ਹੈ ਗੁਰ ਉਪਦੇਸ਼। ਇਸ ਲਈ ਤੇਰੇ ਜੀਵਨ ਦੇ ਅੰਦਰ ਸ਼ਰਨ ਪਰਨ ਸਾਧੂ, ਗੁਰੂ ਰੂਪ ਸਾਧੂ ਦੀ ਸੰਗਤ ਮਿਲੇ, ਤੈਨੂੰ ਸਹਾਰਾ ਮਿਲੇ ਗੁਰ ਉਪਦੇਸ਼ ਦਾ, ਗੁਰੂ ਗਿਆਨ ਦਾ। ਹਰ ਚਰਨ ਪ੍ਰੀਤ ਨੀਤ ਨੀਤ, ਭਾਵਨਾ ਮੈਂ ਮਹਾ ਪੁਨੀਤ। ਹਰੀ ਚਰਨਾਂ ਦੀ ਪ੍ਰੀਤੀ, ਹਰੀ ਚਰਨਾਂ ਦਾ ਪ੍ਰੇਮ, ਹਰੀ ਚਰਨ ਭਾਵ ਪਰਮਾਤਮਾ ਦੇ ਸਿਮਰਨ ਦਾ ਪ੍ਰੇਮ ਤੇਰੇ ਜੀਵਨ ਅੰਦਰ ਵਸੇ। ਨੀਤ ਨੀਤ, ਨਿਤ ਨਿਤ, ਹਰ ਸਮੇਂ ਤੂੰ ਪਰਮਾਤਮਾ ਦੀ ਬੰਦਗੀ ਕਰੇ। ਜਿਹੜੀ ਕੀਤੀ ਹੋਈ ਪਰਮਾਤਮਾ ਦੀ ਪ੍ਰੀਤ ਵਾਲੀ ਬੰਦਗੀ ਹੈ, ਭਾਵਨਾ ਮੈਂ ਮਹਾ ਪੁਨੀਤ। ਉਹ ਪਵਿੱਤਰਾਂ ਦੇ ਅੰਦਰੋਂ, ਪਵਿੱਤਰਤਾ ਦੇ ਅੰਦਰੋਂ ਮਹਾ ਪਵਿੱਤਰਤਾ ਹੈ, ਜਿਸ ਵਿੱਚੋਂ ਤੈਨੂੰ ਆਪਣੀ ਜ਼ਿੰਦਗੀ ਦੀ ਪਵਿੱਤਰਤਾ ਮਿਲ ਸਕਦੀ ਹੈ। ਭਾਵਨਾ ਮਹਿ ਮਹਾ ਪੁਨੀਤ, ਪਾਵਨ ਪੁਨੀਤ ਪਵਿੱਤਰ, ਜਿਸ ਵਿੱਚੋਂ ਨੇਕ ਪਵਿੱਤਰਤਾ ਮਿਲ ਸਕਦੀ ਹੈ। ਕਿਉਂਕਿ ਇਹ ਕਰਮ ਹੈ ਹੀ ਪਵਿੱਤਰ ਜੀਵਨ ਬਣਾਉਣ ਵਾਲੇ, ਜਿਸ ਵਿੱਚੋਂ ਸ਼ੁੱਧਤਾ ਮਿਲ ਸਕਦੀ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੇ ਸਿੱਖ ਨੂੰ, ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖਿਆ ਦੇ ਕੇ ਮਨੁੱਖ ਨੂੰ ਨੇਕ ਕਰਮ ਕਰਨ ਵਾਸਤੇ ਹੁਕਮ ਕੀਤਾ। ਸੰਸਾਰ ਦੇ ਅੰਦਰ ਇਸ ਨੂੰ ਸੰਗਿਆ ਮਿਲੀ, ਅਹੁਦਾ ਮਿਲਿਆ ਸਿੱਖ ਵਾਲਾ, ਪਰ ਖਾਲਸਾ ਉਦੋਂ ਬਣਿਆ, ਪਵਿੱਤਰ ਉਦੋਂ ਬਣਿਆ, ਸ਼ੁੱਧ ਉਦੋਂ ਬਣਿਆ ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਆਪਣਾ ਹੁਕਮ ਇਹ 'ਤੇ ਲਾਗੂ ਕੀਤਾ, ਆਪਣੀ ਮਰਿਆਦਾ ਬੰਧਾਨ ਦਿੱਤੇ। ਇਹਨੂੰ ਅੰਮ੍ਰਿਤ ਦਾ ਬਾਟਾ ਇਸ ਦੇ ਜੀਵਨ ਦੇ ਅੰਦਰ ਲਾਗੂ ਕੀਤਾ, ਇਹਨੇ ਛਕਿਆ। ਇਸ ਲਈ ਉਦੋਂ ਕੀ ਹੋਇਆ? ਇਹ ਭਾਵਨਾ ਮੈਂ ਮਹਾ ਪੁਨੀਤ, ਇਹਦੀ ਜ਼ਿੰਦਗੀ ਦੀ ਜਿਹੜੀ ਨੇਕ ਕਰਮ ਵਾਲੀ ਚੰਗਿਆਈ ਸੀ, ਉਹ ਮਾਲਕ ਦੀ ਰਹਿਮਤ ਦਾ ਬਣੀ ਪਾਤਰ। ਫਿਰ ਗੁਰੂ ਦਰਬਾਰ ਵਿੱਚ ਇਹ ਹੋਏ ਪ੍ਰਵਾਨ ਤੇ ਬਣ ਗਏ ਪਿਆਰੇ। ਪਿਆਰਿਆਂ ਨੇ ਪਿਆਰ ਪਾਇਆ ਮਾਲਕ ਦਾ, ਪ੍ਰੇਮ ਪਾਇਆ ਮਾਲਕ ਗੁਰੂ ਦੇ ਨਾਲ, ਪ੍ਰੇਮ ਪਾਇਆ ਗੁਰੂ ਦੀ ਸਿੱਖਿਆ ਬਾਣੀ ਦੇ ਨਾਲ। ਫਿਰ ਇਹਨਾਂ ਦਾ ਜੀਵਨ ਕੀ? ਭਾਵਨਾ ਮਹਿ ਮਹਾ ਪੁਨੀਤ, ਕੀਤੇ ਜਾ ਰਹੇ ਨੇਕ ਕਰਮ ਜ਼ਿੰਦਗੀ ਨੂੰ ਪਵਿੱਤਰ ਬਣਾ ਤੇ ਇਸ ਲਈ ਜ਼ਿੰਦਗੀ ਪਵਿੱਤਰ ਹੋ ਗਈ। ਜਿਸ ਸਦਕਾ ਸੇਵਕ ਭੈ ਦੂਰ ਕਰਨ, ਸੇਵਕ ਦੇ ਮਨ ਦੇ ਅੰਦਰ ਗੁਰੂ ਦੀ ਸੰਗਤ ਸਦਕਾ, ਰੱਬ ਪਰਮਾਤਮਾ ਦੀ ਸਿਫਤ ਬੰਦਗੀ ਸਦਕਾ ਆਏ ਹੋਏ ਜਿਹੜੇ ਭੈ ਡਰ ਨੇ ਉਹ ਦੂਰ ਹੋ ਜਾਂਦੇ ਨੇ। ਗੁਰੂ ਦਾ ਗੁਰ ਉਪਦੇਸ਼ ਜ਼ਿੰਦਗੀ ਨੂੰ ਭੈ ਰਹਿਤ ਕਰ ਦਿੰਦਾ ਹੈ।
ਜਿਨ ਮਨ ਭਉ ਤਿਨ ਨਾਹੇ ਭਉ, ਮੁਚ ਭਉ ਨੀ ਭਵਿਆ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੀ ਮਨ, ਗਿਆਨੀ ਤਾਹੇ ਵਖਾਨ। ਗਿਆਨ ਤੱਤ ਵਾਲਾ ਮਨੁੱਖ ਕਿਹੜਾ ਹੈ? ਜਿਹੜਾ ਕਿ ਨਾ ਕਿਸੇ ਨੂੰ ਡਰਾਵੇ ਤੇ ਨਾ ਕਿਸੇ ਤੋਂ ਡਰੇ, ਬਿਨਾਂ ਹੀ ਕਾਰਨ ਤੋਂ ਆਪਣੇ ਜ਼ੋਰ ਦੀ ਅਜਮਾਇਸ਼, ਤਾਕਤ ਦੀ ਅਜਮਾਇਸ਼ ਜਾਂ ਆਪਣਾ ਹੁਕਮ ਅਹੰਕਾਰ ਉੱਪਰ ਦੇ ਅੰਦਰ ਸਭ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਬਿਨਾਂ ਹੀ ਕਿਸੇ ਕਾਰਨ ਤੋਂ। ਤੇ ਮਨੁੱਖ ਬੁਝਦਿਲ ਬਣ ਕੇ ਸਹੀ ਵੀ ਜਾਵੇ, ਝੱਲੀ ਵੀ ਜਾਵੇ, ਉਹ ਵੀ ਨੇਕ ਨਹੀਂ, ਉਹ ਵੀ ਜੀਵਨ ਵਾਸਤੇ ਭਲਾ ਨਹੀਂ। ਇਸ ਲਈ ਜਿਨ ਮਨ ਭਉ ਤਿਨ ਨਾਹੇ ਭਉ, ਜਿਨ੍ਹਾਂ ਦੇ ਮਨ ਦੇ ਅੰਦਰ ਪਰਮਾਤਮਾ ਦਾ ਅਦਬ ਸਤਿਕਾਰ ਹੈ, ਉਹਨਾਂ ਦੇ ਮਨ ਅੰਦਰ ਕਿਸੇ ਦੁਨੀਆ ਦੇ ਕਿਸੇ ਵੀ ਪੱਖ ਦਾ ਡਰ ਨਹੀਂ, ਉਹ ਫਿਰ ਡਰਦੇ ਨਹੀਂ। ਇਤਿਹਾਸ ਸੁਨਹਿਰੀ ਅੱਖਰਾਂ ਦੇ ਰਾਹੀਂ, ਸੁਨਹਿਰੀ ਕੁਰਬਾਨੀਆਂ ਦੇ ਰਾਹੀਂ ਭਰਿਆ ਹੋਇਆ ਹੈ, ਜਿੱਥੋਂ ਸਾਨੂੰ ਸੁਨਹਿਰੀ ਇਤਿਹਾਸ ਨੂੰ ਪੜ੍ਹ ਪੜ੍ਹ ਕੇ ਜੀਵਨ ਦੇ ਅੰਦਰ ਸਿੱਖਿਆ ਮਿਲੀ ਹੈ ਕਿ ਪਰਮਾਤਮਾ ਦਾ ਨਾਮ ਜਿਹੜਾ ਕਿ ਸੇਵਕ ਭੈ ਦੂਰ ਕਰਨ, ਸੇਵਕ ਦੇ ਮਨ ਦੇ ਅੰਦਰੋਂ ਰੱਬ ਪਰਮਾਤਮਾ ਦਾ ਸਿਮਰਨ, ਬੰਦਗੀ ਤੇ ਗੁਰੂ ਦਾ ਗਿਆਨ ਉਪਦੇਸ਼ ਸਾਰੇ ਡਰ ਦੂਰ ਕਰਨ ਦੀ ਸਮਰੱਥਾ ਰੱਖਦੇ ਨੇ। ਇਸ ਦੇ ਨਾਲ ਨਾਲ ਕਲ ਮਲ ਦੋਖ ਜਾਰੇ, ਕਲਮਲ ਪਾਪ ਦੋਖ ਦੋਸ਼ ਜਾਰੇ ਸਾੜ ਦਿੰਦਾ ਹੈ ਪਰਮਾਤਮਾ ਦਾ ਸਿਮਰਨ। ਇਹ ਵੀ ਖਤਮ ਹੋ ਜਾਂਦੇ ਨੇ, ਡਰ ਦੂਰ ਹੋ ਜਾਂਦੇ ਨੇ, ਦੋਸ਼ ਦੂਰ ਹੋ ਜਾਂਦੇ ਨੇ। ਪਾਪ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਹੜੇ ਨਾ ਕਰਨ ਯੋਗ ਕਰਮ ਨੇ, ਉਹਨਾਂ ਵਿੱਚੋਂ ਮਿਲਿਆ ਹੋਇਆ ਅਸਰ, ਉਹ ਵੀ ਪਰਮਾਤਮਾ ਦਾ ਸਿਮਰਨ ਸਾੜ ਦਿੰਦਾ ਹੈ। ਜਾਰੇ ਸੇਵਕ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਤੇ ਰੱਬ ਪਰਮਾਤਮਾ ਦੀ ਬੰਦਗੀ ਕਰਨ ਸਦਕਾ ਇਹ ਵੀ ਸਾੜ ਦਿੱਤੇ ਦੋਸ਼ ਪਾਪ। ਕਹਿਤ ਮੁਕਤ ਸੁਨਤ ਮੁਕਤ, ਰਹਿਤ ਜਨਮ ਰਹਿਤੇ। ਕਹਿੰਦਿਆਂ ਕਹਿੰਦਿਆਂ ਫਿਰ ਜੀਵਨ ਮੁਕਤ ਹੋ ਗਿਆ। ਮੁਕਤ ਜੀਵਨ ਮੁਕਤ, ਮਰਨ ਤੋਂ ਬਾਅਦ ਮੁਕਤੀ ਨਹੀਂ। ਗੁਰਬਾਣੀ ਨੇ ਸਾਨੂੰ ਹੁਕਮ ਕੀਤਾ ਹੈ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇ ਲਾਹ। ਕਿਸੇ ਨੂੰ ਕੀ ਪਤਾ ਕਿ ਸਿੱਖ ਮੁਕਤ ਹੋ ਗਿਆ, ਭਗਤ ਮੁਕਤ ਹੋ ਗਿਆ, ਸੰਤ ਮੁਕਤ ਹੋ ਗਿਆ। ਮੁਕਤੀ ਕੋਈ ਨਹੀਂ, ਮੁਕਤੀ ਹੈ ਜੀਵਨ ਮੁਕਤ। ਭਾ ਮਾੜੀ ਸੋਚ ਤੋਂ ਬਚ ਜਾਣਾ, ਮਾੜੇ ਕਰਮਾਂ ਤੋਂ ਬਚ ਜਾਣਾ। ਜਿਹੜੇ ਅਯੋਗ ਕਰਮ ਨੇ, ਜਿਹੜੇ ਕਿ ਧਰਮ ਦੇ ਖਿਲਾਫ ਨੇ, ਉਹ ਨਾ ਕਰਨੇ। ਆਪਣੇ ਆਪ ਨੂੰ ਚੰਗਿਆਈਆਂ ਦੇ ਨਾਲ ਜੋੜ ਕੇ ਰੱਖਣਾ। ਇਸ ਲਈ ਕਹਿਤ ਮੁਕਤ ਜਿਹੜਾ ਕਹਿੰਦਾ ਹੈ ਰੱਬ ਪਰਮਾਤਮਾ ਦੀ ਸਿਫਤ, ਉਹ ਵੀ ਦੋਸ਼ਾਂ ਤੋਂ ਬਚ ਗਿਆ, ਉਹ ਵੀ ਜੀਵਨ ਮੁਕਤ ਹੋ ਗਿਆ। ਸੁਨਤ ਮੁਕਤ, ਜਿਹਨੇ ਕਹਿ ਕੇ ਪਰਮਾਤਮਾ ਦੀ ਸਿਫਤਾਂ ਨੂੰ ਸੁਣਿਆ, ਉਹ ਵੀ ਮੁਕਤ ਹੋ ਗਿਆ, ਉਹ ਵੀ ਮਾੜੇ ਕੰਮਾਂ ਤੋਂ ਬਚ ਗਿਆ, ਕਿਉਂਕਿ ਚੰਗੀ ਸਰੋਤ ਮਿਲੀ। ਰਹਿਤ ਜਨਮ ਰਹਿਤੇ, ਜਨਮ ਦੇ ਅੰਦਰ ਰਹਿਤ ਰੱਖਦਿਆਂ ਰੱਖਦਿਆਂ ਆਪਣੇ ਆਪ ਨੂੰ ਗੁਰ ਉਪਦੇਸ਼ ਦੇ ਅਨੁਸਾਰ ਤੋੜਦਿਆਂ ਰਹਿਤੇ ਮਨੁੱਖ ਕੀ ਹੈ, ਜਨਮ ਦੇ ਅੰਦਰ ਹੀ ਆ ਕੇ ਚੰਗੇ ਕੰਮ ਕਰਦਾ ਹੈ, ਫਿਰ ਬਾਰੰਬਾਰ ਜਨਮ ਤੋਂ ਬਚ ਜਾਂਦਾ ਹੈ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਰਹਿੰਦਿਆਂ ਭਾਵ ਮਰਿਆਦਾ ਤੇ ਤੁਰਦਿਆਂ ਰਹਿਤ ਰੱਖਦਿਆਂ ਗੁਰ ਸੰਦੇਸ਼ ਉਪਦੇਸ਼ ਨੂੰ ਬੰਧਾਨ ਨੂੰ ਕਮਾਉਂਦਿਆਂ ਵਿਕਾਰਾਂ ਤੋਂ ਮਨੁੱਖ ਰਹਿ ਜਾਂਦਾ ਹੈ, ਬਚ ਜਾਂਦਾ ਹੈ। ਇਸ ਲਈ ਕਹਿਤ ਮੁਕਤ ਸੁਨਤ ਮੁਕਤ, ਰਹਿਤ ਜਨਮ ਰਹਿਤੇ। ਰਹਿੰਦਿਆਂ ਜਨਮ ਤੋਂ ਬਚ ਜਾਂਦਾ ਹੈ, ਬਾਰੰਬਾਰ ਆਉਣ ਜਾਣ ਦਾ ਚੱਕਰ ਮੁੱਕ ਜਾਂਦਾ ਹੈ। ਰਾਮ ਰਾਮ ਸਾਰ ਭੂਤ, ਨਾਨਕ ਤਤ ਵਿਚਾਰੇ। ਸਤਿਗੁਰੂ ਪੰਚਮ ਪਾਤਸ਼ਾਹ ਦਾ ਹੁਕਮ, ਦਾਸ ਨਾਨਕ ਨੇ ਇਸ ਤੱਤ ਦੀ ਵਿਚਾਰ ਕੀਤੀ।